ਵਿਆਹ ਤੋਂ ਬਾਅਦ ਮੇਰੇ ਪਤੀ ਘਰ ਜਵਾਈ ਬਣ ਗਏ। ਉਹਨਾਂ ਦਾ ਇੱਕ ਅੰਨਾ ਬਾਪ ਵੀ ਸੀ, ਉਹ ਵੀ ਸਾਡੇ ਨਾਲ ਹੀ ਰਹਿੰਦਾ ਸੀ। ਮੇਰਾ ਪਤੀ ਅਤੇ ਮੇਰਾ ਸਹੁਰਾ ਮੇਰੀ ਮੰਮੀ ਦਾ ਬਹੁਤ ਖਿਆਲ ਰੱਖਦੇ ਸਨ। ਅਚਾਨਕ ਮੇਰੀ ਮੰਮੀ ਗਰਭਵਤੀ ਹੋ ਗਈ। ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਸਨ। ਮੈਨੂੰ ਆਪਣੇ ਪਤੀ ਅਤੇ ਆਪਣੇ ਸਹੁਰੇ ਤੇ ਸ਼ੱਕ ਹੋਇਆ, ਤਾਂ ਮੈਂ ਆਪਣੀ ਮੰਮੀ ਦਾ DNA ਟੈਸਟ ਕਰਵਾਇਆ। ਰਿਪੋਰਟ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਉਸ ਰਿਪੋਰਟ ਵਿੱਚ ਮੈਂ ਆਪਣੇ ਮਾਂ-ਬਾਪ ਦੀ ਇਕੱਲੀ ਧੀ ਸੀ। ਮੇਰਾ ਨਾਮ ਨੂਰ ਹੈ। ਮੇਰੀ ਉਮਰ 19 ਸਾਲ ਸੀ। ਸਾਡੇ ਲਈ ਕਮਾਉਣ ਵਾਲਾ ਕੋਈ ਨਹੀਂ ਸੀ, ਇਸ ਲਈ ਮੇਰੀ ਮੰਮੀ ਇੱਕ ਸਕੂਲ ਵਿੱਚ ਨੌਕਰੀ ਕਰਨ ਲੱਗੀ। ਮੰਮੀ ਦੀ ਸੈਲਰੀ ਇੰਨੀ ਕੁ ਸੀ ਕਿ ਸਾਡਾ ਗੁਜ਼ਾਰਾ ਆਸਾਨੀ ਨਾਲ ਹੋ ਜਾਂਦਾ ਸੀ। ਮੇਰੀ ਮੰਮੀ ਦੱਸਦੀ ਸੀ ਕਿ ਜਦੋਂ ਮੈਂ 6 ਸਾਲ ਦੀ ਸੀ ਤਾਂ ਮੇਰੇ ਪਿਤਾ ਜੀ ਇੱਕ ਸੜਕ ਹਾਦਸੇ ਵਿੱਚ ਗੁਜ਼ਰ ਗਏ ਸਨ। ਮੇਰੀ ਮੰਮੀ ਅਨਪੜ੍ਹ ਅਤੇ ਬਹੁਤ ਹੀ ਮਾਸੂਮ ਔਰਤ ਸੀ। ਪਾਪਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਮੰਮੀ ਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਹੈਲਪਰ ਦੀ ਨੌਕਰੀ ਲਈ ਅਪਲਾਈ ਕੀਤਾ, ਤਾਂ ਉਹਨਾਂ ਨੂੰ ਉਹ ਨੌਕਰੀ ਮਿਲ ਗਈ। ਮੰਮੀ ਨੇ ਸਕੂਲ ਵਿੱਚ 8 ਸਾਲ ਨੌਕਰੀ ਕੀਤੀ ਸੀ। ਉਸ ਤੋਂ ਬਾਅਦ ਮੰਮੀ ਨੇ ਨੌਕਰੀ ਛੱਡ ਦਿੱਤੀ ਸੀ। ਮੰਮੀ ਨੂੰ ਹਰ ਮਹੀਨੇ ਚੰਗੇ ਪੈਸੇ ਮਿਲ ਰਹੇ ਸਨ। ਉਹ ਪੈਸੇ ਕੌਣ ਦੇ ਰਿਹਾ ਸੀ, ਮੰਮੀ ਮੈਨੂੰ ਨਹੀਂ ਦੱਸਦੀ ਸੀ। ਮੈਂ ਜਦੋਂ ਵੀ ਉਹਨਾਂ ਨੂੰ ਪੁੱਛਦੀ ਤਾਂ ਉਹ ਟਾਲ ਦਿੰਦੀ ਸੀ। ਮੈਂ ਵੀ 5ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਮੈਨੂੰ ਪੜ੍ਹਨ ਦਾ ਸ਼ੌਂਕ ਨਹੀਂ ਸੀ ਅਤੇ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਸਨ, ਇਸ ਲਈ ਮੈਂ ਘਰ ਬੈਠ ਗਈ ਸੀ। ਮੇਰੀ ਮੰਮੀ ਨੂੰ ਮੇਰੇ ਵਿਆਹ ਦਾ ਫਿਕਰ ਵੀ ਰਹਿੰਦਾ ਸੀ। ਮੇਰੀ ਮੰਮੀ ਚਾਹੁੰਦੀ ਸੀ ਕਿ ਮੇਰਾ ਪਤੀ ਘਰ ਜਵਾਈ ਬਣ ਜਾਵੇ, ਕਿਉਂਕਿ ਮੇਰੇ ਵਿਆਹ ਤੋਂ ਬਾਅਦ ਮੇਰੀ ਮੰਮੀ ਨੇ ਇਕੱਲੀ ਹੋ ਜਾਣਾ ਸੀ। ਮੈਨੂੰ ਆਪਣੀ ਮੰਮੀ ਨਾਲ ਬਹੁਤ ਪਿਆਰ ਸੀ। ਮੈਂ ਤਾਂ ਉਹਨਾਂ ਤੋਂ ਇੱਕ ਪਲ ਲਈ ਵੀ ਦੂਰ ਨਹੀਂ ਹੁੰਦੀ ਸੀ। ਉਹਨਾਂ ਨੇ ਜਿਸ ਤਰ੍ਹਾਂ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਮੈਨੂੰ ਪਾਲਿਆ ਸੀ ਤੇ ਜਵਾਨ ਕੀਤਾ ਸੀ, ਇਹ ਮੈਂ ਹੀ ਜਾਣਦੀ ਸੀ। ਉਹ ਖੂਬਸੂਰਤ ਅਤੇ ਜਵਾਨ ਸੀ, ਪਰ ਉਹਨਾਂ ਨੇ ਮੇਰੇ ਖਾਤਰ ਦੂਜਾ ਵਿਆਹ ਨਹੀਂ ਕੀਤਾ ਸੀ। ਅਸੀਂ ਜਿਸ ਘਰ ਵਿੱਚ ਰਹਿੰਦੇ ਸੀ ਉਹ ਮੇਰੀ ਮੰਮੀ ਦੇ ਨਾਮ ਸੀ। ਮੇਰੀ ਮੰਮੀ ਹਲੇ ਵੀ ਜਵਾਨ ਹੀ ਦਿਸਦੀ ਸੀ। ਉਹ ਦੱਸਦੀ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰੀ ਉਮਰ 14 ਸਾਲ ਸੀ। ਮੇਰੀ ਮੰਮੀ ਦਾ ਸੰਬੰਧ ਵੀ ਗਰੀਬ ਘਰ ਨਾਲ ਸੀ। ਮੰਮੀ ਵੀ ਆਪਣੇ ਮਾਂ-ਬਾਪ ਦੀ ਇਕਲੌਤੀ ਕੁੜੀ ਸੀ। ਜਿਵੇਂ ਹੀ ਉਹਨਾਂ ਲਈ ਰਿਸ਼ਤਾ ਆਇਆ ਤਾਂ ਮੇਰੇ ਨਾਨਾ-ਨਾਨੀ ਨੇ ਤੁਰੰਤ ਮੰਮੀ ਦਾ ਵਿਆਹ ਕਰ ਦਿੱਤਾ। ਮੇਰੇ ਪਾਪਾ ਬੈਂਕ ਵਿੱਚ ਇੱਕ ਗਾਰਡ ਸਨ। ਪਾਪਾ ਦੀ ਡਿਊਟੀ 12 ਘੰਟੇ ਹੁੰਦੀ ਸੀ। ਕਦੇ ਉਹਨਾਂ ਦੀ ਰਾਤ ਦੀ ਡਿਊਟੀ ਹੁੰਦੀ ਸੀ ਤਾਂ ਕਦੇ ਦਿਨ ਦੀ ਹੁੰਦੀ ਸੀ। ਮੇਰੇ ਪਾਪਾ ਨੂੰ ਮੁੰਡੇ ਦੀ ਬਹੁਤ ਇੱਛਾ ਸੀ, ਪਰ ਰੱਬ ਨੇ ਉਹਨਾਂ ਨੂੰ ਬੇਟੀ ਦੇ ਦਿੱਤੀ ਸੀ। ਪਾਪਾ ਤਾਂ ਮੈਨੂੰ ਵੀ ਬਹੁਤ ਪਿਆਰ ਕਰਦੇ ਸਨ। ਉਹ ਛੁੱਟੀ ਵਾਲੇ ਦਿਨ ਮੈਨੂੰ ਮੋਢਿਆਂ ਤੇ ਬਿਠਾ ਕੇ ਪਾਰਕ ਵਿੱਚ ਲੈ ਜਾਂਦੇ ਸਨ। ਮੈਂ ਪਾਪਾ ਦੀ ਉਹ ਫੋਟੋ ਦੇਖੀ ਸੀ ਜੋ ਉਹਨਾਂ ਦੀ ਮੇਰੀ ਮੰਮੀ ਦੇ ਨਾਲ ਸੀ। ਮੇਰੀ ਮੰਮੀ ਨੇ ਦੱਸਿਆ ਕਿ ਤੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੇ ਲਈ ਕਈ ਰਿਸ਼ਤੇ ਆਏ ਸੀ, ਪਰ ਮੈਂ ਮਨਾ ਕਰ ਦਿੱਤਾ ਸੀ। ਮੇਰੀ ਮਾਂ ਹੁਣ ਵੀ ਜਵਾਨ ਅਤੇ ਸੋਹਣੀ ਸੀ। ਉਹਨਾਂ ਦੀ ਉਮਰ 33 ਸਾਲ ਸੀ। ਮੇਰੀ ਮਾਂ ਦਾ ਰੰਗ ਬਹੁਤ ਗੋਰਾ ਸੀ। ਗਰਮੀਆਂ ਵਿੱਚ ਲੋਕਾਂ ਦੀ ਰੰਗਤ ਵਿੱਚ ਕਾਫੀ ਫਰਕ ਪੈ ਜਾਂਦਾ ਹੈ, ਪਰ ਉਹਨਾਂ ਦੀ ਰੰਗਤ ਵਿੱਚ ਬਿਲਕੁਲ ਫਰਕ ਨਹੀਂ ਪੈਂਦਾ ਸੀ। ਇੱਕ ਦਿਨ ਮੰਮੀ ਗੁਆਂਢ ਵਿੱਚ ਕਿਸੇ ਦੇ ਘਰ ਗਈ ਅਤੇ ਜਦੋਂ ਕੁਝ ਦੇਰ ਬਾਅਦ ਵਾਪਸ ਆਈ ਤਾਂ ਉਹ ਬਹੁਤ ਖੁਸ਼ ਸੀ। ਮੇਰੇ ਪੁੱਛਣ ਤੇ ਮੰਮੀ ਨੇ ਦੱਸਿਆ ਕਿ ਨੂਰ ਕੱਲ੍ਹ ਤੈਨੂੰ ਦੇਖਣ ਵਾਲੇ ਆ ਰਹੇ ਹਨ। ਮੈਂ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਮੈਨੂੰ ਅਜਿਹਾ ਮੁੰਡਾ ਚਾਹੀਦਾ ਹੈ ਜੋ ਘਰ ਜਵਾਈ ਬਣ ਸਕੇ। ਇੱਕ ਮੁੰਡਾ ਹੈ ਜੋ ਆਪਣੇ ਅੰਨੇ ਬਾਪ ਨਾਲ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ। ਆਪਣੇ ਨਾਲ ਵਾਲੇ ਗੁਆਂਢੀਆਂ ਨੇ ਉਸ ਮੁੰਡੇ ਨਾਲ ਗੱਲ ਕੀਤੀ ਹੈ ਕਿ ਕੀ ਤੂੰ ਘਰ ਜਵਾਈ ਬਣਨ ਲਈ ਤਿਆਰ ਹੈ, ਅਤੇ ਉਹ ਮੰਨ ਵੀ ਗਿਆ ਹੈ। ਮੈਂ ਮੰਮੀ ਨੂੰ ਕੁਝ ਨਾ ਕਿਹਾ ਅਤੇ ਸਿਰ ਝੁਕਾ ਦਿੱਤਾ। ਅਗਲੇ ਦਿਨ ਇੱਕ ਬੁੱਢੀ ਔਰਤ ਇੱਕ ਮੁੰਡੇ ਨਾਲ ਸਾਡੇ ਘਰ ਆਈ। ਇਹ ਉਹੀ ਮੁੰਡਾ ਸੀ ਜਿਸ ਨਾਲ ਮੇਰਾ ਵਿਆਹ ਹੋਣ ਵਾਲਾ ਸੀ। ਉਹ ਮੇਰਾ ਹਮ ਉਮਰ ਸੀ ਅਤੇ ਬਹੁਤ ਹੀ ਸੋਹਣਾ ਦਿਖਦਾ ਸੀ। ਉਸ ਦਾ ਨਾਮ ਕੁਲਜੀਤ ਸੀ। ਉਹ ਬੁੱਢੀ ਔਰਤ ਕੁਲਜੀਤ ਦੀ ਦੂਰ ਦੀ ਰਿਸ਼ਤੇਦਾਰ ਸੀ। ਗੱਲਬਾਤ ਦੇ ਦੌਰਾਨ ਮੰਮੀ ਨੇ ਉਹਨਾਂ ਦੇ ਸਾਹਮਣੇ ਆਪਣੀ ਡਿਮਾਂਡ ਰੱਖ ਦਿੱਤੀ ਕਿ ਉਹ ਘਰ ਜਮਾਈ ਰੱਖਣਾ ਚਾਹੁੰਦੀ ਹੈ। ਜੇਕਰ ਮਨਜ਼ੂਰ ਹੈ ਤਾਂ ਇਸ ਐਤਵਾਰ ਨੂੰ ਸਾਦਗੀ ਨਾਲ ਵਿਆਹ ਕਰ ਦਿੰਦੇ ਹਾਂ। ਮੁੰਡਾ ਮੰਨ ਗਿਆ ਸੀ, ਪਰ ਉਸ ਦੀ ਵੀ ਇੱਕ ਸ਼ਰਤ ਸੀ ਕਿ ਉਹ ਆਪਣੇ ਬੁੱਢੇ ਅੰਨੇ ਬਾਪ ਨੂੰ ਸਾਡੇ ਨਾਲ ਹੀ ਰੱਖੇਗਾ। ਮੇਰੀ ਮੰਮੀ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ।
ਫਿਰ ਦੋਨਾਂ ਪਾਸੇ ਹਾਂ ਹੋ ਗਈ ਅਤੇ ਐਤਵਾਰ ਨੂੰ ਮੇਰਾ ਵਿਆਹ ਕੁਲਜੀਤ ਨਾਲ ਹੋ ਗਿਆ। 2-3 ਦਿਨ ਤਾਂ ਮੈਂ ਉਸਦੇ ਨਾਲ ਉਸਦੇ ਕਿਰਾਏ ਵਾਲੇ ਘਰ ਵਿੱਚ ਹੀ ਰਹੀ। ਫਿਰ ਉਸਨੇ ਆਪਣਾ ਸਾਰਾ ਸਮਾਨ ਸਾਡੇ ਘਰ ਵਿੱਚ ਸ਼ਿਫਟ ਕਰ ਲਿਆ ਸੀ। ਸਾਡਾ ਮਕਾਨ 2 ਮੰਜ਼ਲਾ ਸੀ, ਜਿਸ ਵਿੱਚ 6 ਕਮਰੇ ਸਨ। ਮੰਮੀ ਨੇ ਇੱਕ ਕਮਰਾ ਕੁਲਜੀਤ ਦੇ ਬੁੱਢੇ ਬਾਪ ਨੂੰ ਦੇ ਦਿੱਤਾ ਸੀ। ਇੱਕ ਕਮਰੇ ਵਿੱਚ ਮੈਂ ਤੇ ਕੁਲਜੀਤ ਰਹਿੰਦੇ ਸੀ ਅਤੇ ਇੱਕ ਕਮਰੇ ਵਿੱਚ ਮੇਰੀ ਮੰਮੀ ਰਹਿੰਦੇ ਸੀ। ਬਾਕੀ 2 ਕਮਰੇ ਖਾਲੀ ਪਏ ਰਹਿੰਦੇ ਸਨ ਅਤੇ ਇੱਕ ਕਮਰਾ ਸਟੋਰ ਦੇ ਤੌਰ ਤੇ ਇਸਤੇਮਾਲ ਹੁੰਦਾ ਸੀ। ਕੁਲਜੀਤ ਕਿਸੇ ਅਖਬਾਰ ਵਿੱਚ ਨੌਕਰੀ ਕਰਦਾ ਸੀ। ਉਹ ਸਵੇਰੇ 8 ਵਜੇ ਜਾਂਦਾ ਸੀ ਅਤੇ ਸ਼ਾਮ ਨੂੰ 5 ਵਜੇ ਘਰ ਆਉਂਦਾ ਸੀ। ਉਹ ਬਹੁਤ ਚੰਗਾ ਮੁੰਡਾ ਸੀ। ਉਹ ਖੁੱਲ੍ਹੇ ਦਿਲ ਦਾ ਮਾਲਕ ਸੀ। ਉਸਨੇ ਮੈਨੂੰ ਦੱਸਿਆ ਕਿ ਜਦੋਂ ਉਹ 8 ਸਾਲ ਦਾ ਸੀ ਤਾਂ ਉਸਦੀ ਮਾਂ ਰੱਬ ਨੂੰ ਪਿਆਰੀ ਹੋ ਗਈ ਸੀ। ਉਸਦੇ ਬੁੱਢੇ ਬਾਪ ਨੇ ਉਸਨੂੰ ਮਾਂ ਅਤੇ ਬਾਪ ਦੋਹਾਂ ਦਾ ਪਿਆਰ ਦਿੱਤਾ ਹੈ। ਉਹ ਮਿਹਨਤ ਮਜ਼ਦੂਰੀ ਕਰਦੇ ਸਨ। ਇੱਕ ਹਾਦਸੇ ਵਿੱਚ ਉਹਨਾਂ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ ਸੀ। ਕੁਲਜੀਤ ਨੇ ਇਲਾਜ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਇਲਾਜ ਬਹੁਤ ਮਹਿੰਗਾ ਸੀ। ਉਸਦੀ ਸੈਲਰੀ ਇੰਨੀ ਜ਼ਿਆਦਾ ਨਹੀਂ ਸੀ ਕਿ ਉਹ ਆਪਣੇ ਪਿਤਾ ਦੀਆਂ ਅੱਖਾਂ ਦਾ ਇਲਾਜ ਕਰਾ ਸਕਦਾ। ਕੁਲਜੀਤ ਨੂੰ ਦੂਜੇ ਦੇਸ਼ ਜਾਣ ਦਾ ਬਹੁਤ ਸ਼ੌਂਕ ਸੀ। ਉਹ ਚਾਹੁੰਦਾ ਸੀ ਕਿ ਉਹ ਇੰਨਾ ਪੈਸਾ ਕਮਾਏ ਕਿ ਉਹ ਆਪਣੇ ਬਾਪ ਦੀਆਂ ਅੱਖਾਂ ਦਾ ਇਲਾਜ ਕਰਾ ਸਕੇ, ਪਰ ਉਹ ਆਪਣੇ ਪਿਤਾ ਨੂੰ ਛੱਡ ਕੇ ਨਹੀਂ ਜਾ ਸਕਦਾ ਸੀ। ਉਸਦੇ ਪਿਤਾ ਨੂੰ ਉਸਦੀ ਜ਼ਰੂਰਤ ਸੀ। ਮੇਰਾ ਸਹੁਰਾ ਵੀ ਬਹੁਤ ਚੰਗਾ ਆਦਮੀ ਸੀ। ਦਿਨ ਗੁਜ਼ਰਦੇ ਰਹੇ। ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਕੁਲਜੀਤ ਨੇ ਪੂਰੇ ਘਰ ਦਾ ਖਰਚ ਚੁੱਕ ਲਿਆ ਸੀ। ਮੇਰੀ ਮੰਮੀ ਬਿਜਲੀ, ਗੈਸ ਅਤੇ ਪਾਣੀ ਦਾ ਬਿੱਲ ਭਰਦੇ ਸੀ, ਕਿਉਂਕਿ ਜਮਾਈ ਨੇ ਵੀ ਘਰ ਦੀ ਜ਼ਿੰਮੇਵਾਰੀ ਚੁੱਕੀ ਹੋਈ ਸੀ। ਇਸ ਲਈ ਸਾਡੇ ਘਰ ਵਿੱਚ ਖੁਸ਼ਹਾਲੀ ਆਉਣੀ ਸ਼ੁਰੂ ਹੋ ਗਈ ਸੀ। ਮਹੀਨੇ ਵਿੱਚ ਇੱਕ ਵਾਰ ਕੁਲਜੀਤ ਮੈਨੂੰ ਖਾਣਾ ਖਿਲਾਉਣ ਲਈ ਬਾਹਰ ਲੈ ਕੇ ਜਾਂਦਾ ਸੀ। ਅਸੀਂ ਇੱਕ ਵਧੀਆ ਹੋਟਲ ਵਿੱਚ ਖਾਣਾ ਖਾਂਦੇ ਅਤੇ ਫਿਰ ਘੁੰਮ ਫਿਰ ਕੇ ਘਰ ਆਉਂਦੇ ਸੀ। ਕੁਲਜੀਤ ਕੋਲ ਮੋਟਰਸਾਈਕਲ ਵੀ ਸੀ। ਇੱਕ ਦਿਨ ਮੈਂ ਮੰਮੀ ਨੂੰ ਦੇਖਿਆ ਤਾਂ ਉਹ ਬਹੁਤ ਪਰੇਸ਼ਾਨ ਅਤੇ ਖੋਈ ਲੱਗ ਰਹੀ ਸੀ। ਉਹ ਬੈਠੇ ਇੰਜ ਹੀ ਖਿਆਲਾਂ ਵਿੱਚ ਖੋ ਜਾਂਦੀ ਸੀ। ਮੈਂ ਮੰਮੀ ਨੂੰ ਉਹਨਾਂ ਦੀ ਪਰੇਸ਼ਾਨੀ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਦੱਸਦੀ ਸੀ। ਮੈਂ ਮੰਮੀ ਦੀ ਆਦਤ ਨੂੰ ਜਾਣਦੀ ਸੀ। ਉਹ ਜਿਸ ਰਾਜ ਨੂੰ ਆਪਣੇ ਦਿਲ ਵਿੱਚ ਛੁਪਾ ਲੈਂਦੀ ਸੀ, ਉਸ ਨੂੰ ਕਦੇ ਵੀ ਬਾਹਰ ਨਹੀਂ ਕੱਢਦੀ ਸੀ। ਮੈਨੂੰ ਲੱਗਿਆ ਕਿ ਜ਼ਰੂਰ ਕੋਈ ਅਜਿਹੀ ਗੱਲ ਹੈ ਜਿਸ ਨੇ ਮੇਰੀ ਮੰਮੀ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿਸ ਤਰੀਕੇ ਨਾਲ ਮੰਮੀ ਨੂੰ ਪੁੱਛਾਂ। ਮੈਂ ਮੰਮੀ ਨੂੰ ਪਰੇਸ਼ਾਨ ਨਹੀਂ ਦੇਖ ਸਕਦੀ ਸੀ। ਮੰਮੀ ਨੇ ਆਪਣੀ ਸਾਰੀ ਜਵਾਨੀ ਮੇਰੇ ਕਰਕੇ ਬਰਬਾਦ ਕਰ ਦਿੱਤੀ ਸੀ। ਉਹਨਾਂ ਨੇ ਦੂਜਾ ਵਿਆਹ ਨਾ ਕਰਨ ਦਾ ਕਾਰਨ ਵੀ ਦੱਸਿਆ ਸੀ ਕਿ ਕੀ ਪਤਾ ਤੇਰਾ ਸੁਤੇਲਾ ਬਾਪ ਕੋਈ ਬੁਰਾ ਇਨਸਾਨ ਹੀ ਹੋਵੇ ਜੋ ਤੈਨੂੰ ਆਪਣੀ ਬੇਟੀ ਹੀ ਨਾ ਸਮਝੇ, ਤੇਰੇ ਨਾਲ ਪਰਾਇਆ ਵਰਗਾ ਸਲੂਕ ਕਰੇ। ਇਸ ਲਈ ਮੈਂ ਦੂਜਾ ਵਿਆਹ ਨਹੀਂ ਕੀਤਾ ਤੇ ਨਾ ਹੀ ਕਰਾਂਗੀ। ਬਸ ਮੈਂ ਇਹੀ ਸਮਝਦੀ ਰਹੀ ਕਿ ਮੇਰਾ ਸੁਹਾਗ ਜਿਉਂਦਾ ਹੈ। ਮੈਂ ਆਪਣੀ ਮਾਂ ਦੀਆਂ ਅਜੀਬ ਗੱਲਾਂ ਸੁਣ ਕੇ ਹੈਰਾਨ ਹੁੰਦੀ ਸੀ। ਮੈਂ ਅਜਿਹੀ ਕਈ ਮਾਵਾਂ ਦੇਖੀਆਂ ਸਨ ਜੋ ਪਤੀ ਦੇ ਗੁਜ਼ਰਨ ਤੋਂ ਬਾਅਦ ਔਲਾਦ ਹੋਣ ਦੇ ਬਾਵਜੂਦ ਵੀ ਦੂਜਾ ਵਿਆਹ ਕਰ ਲੈਂਦੀਆਂ ਸਨ। ਉਹ ਆਪਣੀ ਜਵਾਨ ਔਲਾਦ ਦੀ ਵੀ ਪਰਵਾਹ ਨਹੀਂ ਕਰਦੀਆਂ ਸਨ। ਬਾਅਦ ਵਿੱਚ ਪਤਾ ਚੱਲਦਾ ਉਸੇ ਮਾਂ ਨੇ ਆਪਣੇ ਪਤੀ ਦੀ ਖਾਤਰ ਆਪਣੀ ਔਲਾਦ ਨੂੰ ਛੱਡ ਦਿੱਤਾ। ਲੋਕ ਕਹਿੰਦੇ ਹਨ ਕਿ ਔਰਤ ਮਰਦ ਦੇ ਬਗੈਰ ਕੁਝ ਵੀ ਨਹੀਂ। ਔਰਤ ਮਰਦ ਬਗੈਰ ਜ਼ਿੰਦਗੀ ਜੀ ਨਹੀਂ ਸਕਦੀ। ਮੇਰੀ ਮੰਮੀ ਨੇ ਮੇਰੇ ਪਿਤਾ ਦੇ ਬਗੈਰ ਹੀ ਜ਼ਿੰਦਗੀ ਗੁਜ਼ਾਰੀ ਸੀ ਅਤੇ ਹਲੇ ਵੀ ਗੁਜ਼ਾਰ ਰਹੀ ਹੈ। ਜਿਵੇਂ ਦਿਨ ਲੰਘ ਰਹੇ ਸਨ, ਮੇਰੀ ਮੰਮੀ ਦੀ ਪਰੇਸ਼ਾਨੀ ਵੀ ਵੱਧਦੀ ਜਾ ਰਹੀ ਸੀ। ਮੈਂ ਅੰਦਰ ਹੀ ਅੰਦਰ ਪਰੇਸ਼ਾਨ ਰਹਿੰਦੀ ਸੀ ਕਿ ਮੇਰੀ ਮਾਂ ਆਖਰ ਆਪਣੀ ਪਰੇਸ਼ਾਨੀ ਮੈਨੂੰ ਦੱਸ ਕਿਉਂ ਨਹੀਂ ਦਿੰਦੀ। ਕੁਲਜੀਤ ਨੂੰ ਵੀ ਇਹ ਗੱਲ ਮਹਿਸੂਸ ਹੋ ਰਹੀ ਸੀ। ਉਹ ਮੇਰੀ ਮੰਮੀ ਨੂੰ ਸੱਸ ਘੱਟ ਮਾਂ ਜ਼ਿਆਦਾ ਸਮਝਦਾ ਸੀ। ਉਸਨੇ ਵੀ ਮੰਮੀ ਨੂੰ ਪੁੱਛਿਆ, ਪਰ ਮੰਮੀ ਨੇ ਹੱਸਦੇ ਹੋਏ ਟਾਲ ਦਿੱਤਾ। ਕੋਈ ਤਾਂ ਅਜਿਹੀ ਗੱਲ ਜ਼ਰੂਰ ਹੈ ਜਿਸ ਨੇ ਮੰਮੀ ਦੀ ਨੀਂਦ ਖਰਾਬ ਕੀਤੀ ਹੋਈ ਸੀ। ਇੱਕ ਦਿਨ ਮੈਂ ਅਤੇ ਕੁਲਜੀਤ ਮੋਟਰਸਾਈਕਲ ਤੇ ਬੈਠ ਕੇ ਦਹੀਂ ਭੱਲੇ ਖਾਣ ਲਈ ਬਾਜ਼ਾਰ ਜਾ ਰਹੇ ਸੀ। ਰਸਤੇ ਵਿੱਚ ਇੱਕ ਗਰਭਵਤੀ ਔਰਤਾਂ ਦਾ ਹਸਪਤਾਲ ਸੀ। ਜਦੋਂ ਅਸੀਂ ਘਰ ਤੋਂ ਨਿਕਲੇ ਤਾਂ ਮੰਮੀ ਘਰ ਵਿੱਚ ਨਹੀਂ ਸੀ। ਉਸਨੇ ਜਾਂਦੇ ਹੋਏ ਕਿਹਾ ਸੀ ਕਿ ਮੈਂ ਨਾਲ ਵਾਲੇ ਗੁਆਂਢੀਆਂ ਦੇ ਘਰ ਜਾ ਰਹੀ ਹਾਂ, ਤੁਸੀਂ ਜਾਓ। ਜਦੋਂ ਅਸੀਂ ਹਸਪਤਾਲ ਦੇ ਸਾਹਮਣੇ ਤੋਂ ਆਉਣ ਲੱਗੇ ਤਾਂ ਅਚਾਨਕ ਮੈਨੂੰ ਹਸਪਤਾਲ ਦੇ ਦਰਵਾਜ਼ੇ ਤੋਂ ਮੰਮੀ ਨਿਕਲਦੀ ਹੋਈ ਦਿਖਾਈ ਦਿੱਤੀ। ਮੈਂ ਮੰਮੀ ਨੂੰ ਦੇਖ ਕੇ ਹੈਰਾਨ ਹੋ ਗਈ। ਮੈਂ ਇਸ ਬਾਰੇ ਵਿੱਚ ਕੁਲਜੀਤ ਨੂੰ ਨਹੀਂ ਦੱਸਿਆ, ਪਰ ਮੇਰੇ ਦਿਲ ਵਿੱਚ ਅਜੀਬ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਮੇਰੀ ਮੰਮੀ ਹਸਪਤਾਲ ਵਿੱਚ ਕੀ ਕਰਨ ਗਈ ਸੀ? ਮੇਰੇ ਵਿਆਹ ਨੂੰ ਹਲੇ 3 ਮਹੀਨੇ ਹੋਏ ਸਨ।
ਪਰ ਮੈਂ ਪ੍ਰੈਗਨੈਂਟ ਨਹੀਂ ਸੀ। ਜੇਕਰ ਮੈਂ ਪ੍ਰੈਗਨੈਂਟ ਹੁੰਦੀ ਤਾਂ ਗਰਭਵਤੀ ਔਰਤਾਂ ਦੇ ਹਸਪਤਾਲ ਵਿੱਚ ਮੈਂ ਜਾਂਦੀ। ਮੈਂ ਬਹੁਤ ਉਲਝਣ ਵਿੱਚ ਸੀ। ਮੈਂ ਸੋਚਿਆ ਕਿ ਘਰ ਜਾ ਕੇ ਮੰਮੀ ਨੂੰ ਪੁੱਛਾਂਗੀ ਕਿ ਉਹ ਹਸਪਤਾਲ ਕੀ ਕਰਨ ਗਈ ਸੀ। ਅਸੀਂ ਦਹੀਂ ਭੱਲੇ ਦੀ ਦੁਕਾਨ ਤੇ ਬੈਠ ਕੇ ਦਹੀਂ ਭੱਲੇ ਖਾਧੇ ਅਤੇ ਕੁਲਜੀਤ ਨੇ ਮੰਮੀ ਲਈ ਵੀ ਦਹੀਂ ਭੱਲੇ ਪੈਕ ਕਰਵਾ ਲਏ। ਮੇਰੇ ਸਹੁਰੇ ਨੂੰ ਦਹੀਂ ਭੱਲੇ ਪਸੰਦ ਨਹੀਂ ਸਨ, ਇਸ ਲਈ ਕੁਲਜੀਤ ਨੇ ਉਹਨਾਂ ਲਈ ਪੈਕ ਨਹੀਂ ਕਰਵਾਏ ਸਨ। ਰਾਤ ਨੂੰ 9 ਵਜੇ ਅਸੀਂ ਘਰ ਪਹੁੰਚੇ ਸੀ। ਮੇਰੇ ਕੋਲ ਘਰ ਦੇ ਜਿੰਦੇ ਦੀ ਦੂਜੀ ਚਾਬੀ ਸੀ, ਇਸ ਲਈ ਮੈਂ ਦਰਵਾਜ਼ਾ ਖੋਲ੍ਹ ਦਿੱਤਾ ਸੀ। ਮੰਮੀ ਆਪਣੇ ਕਮਰੇ ਵਿੱਚ ਸੀ। ਉਹਨਾਂ ਦੇ ਕਮਰੇ ਦੀ ਲਾਈਟ ਜਗ ਰਹੀ ਸੀ। ਇਸ ਦਾ ਮਤਲਬ ਸੀ ਕਿ ਉਹ ਹਾਲੇ ਤੱਕ ਜਾਗ ਰਹੀ ਹੈ। ਮੈਂ ਇੱਕ ਪਲੇਟ ਵਿੱਚ ਦਹੀਂ ਭੱਲੇ ਪਾਏ ਅਤੇ ਮੰਮੀ ਨੂੰ ਦੇਣ ਲਈ ਉਹਨਾਂ ਦੇ ਕਮਰੇ ਵਿੱਚ ਚਲੀ ਗਈ। ਮੰਮੀ ਬੈੱਡ ਤੇ ਪਈ ਕਿਸੇ ਸੋਚ ਵਿੱਚ ਗੁੰਮ ਸੀ। ਮੰਮੀ ਨੂੰ ਮੇਰੇ ਆਉਣ ਦਾ ਵੀ ਪਤਾ ਨਹੀਂ ਚੱਲਿਆ ਸੀ। ਜਦੋਂ ਮੈਂ ਮੰਮੀ ਦੀ ਬਾਂਹ ਫੜ ਕੇ ਹਿਲਾਈ ਤਾਂ ਉਹ ਇੱਕਦਮ ਡਰ ਗਈ ਅਤੇ ਮੈਨੂੰ ਦੇਖਦੇ ਹੀ ਉੱਠ ਕੇ ਬੈਠ ਗਈ। ਮੈਂ ਮੰਮੀ ਦੇ ਕੋਲ ਬੈਠਦੇ ਹੋਏ ਕਿਹਾ, ਮੰਮੀ ਮੈਂ ਤੇਰੇ ਲਈ ਦਹੀਂ ਭੱਲੇ ਲੈ ਕੇ ਆਈ ਹਾਂ। ਮੰਮੀ ਨੂੰ ਵੀ ਦਹੀਂ ਭੱਲੇ ਬਹੁਤ ਪਸੰਦ ਸਨ, ਪਰ ਉਸ ਵੇਲੇ ਮੰਮੀ ਨੇ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ, ਇਸ ਲਈ ਮੇਰਾ ਦਿਲ ਦਹੀਂ ਭੱਲੇ ਖਾਣ ਨੂੰ ਨਹੀਂ ਕਰ ਰਿਹਾ। ਇਹ ਤੁਸੀਂ ਖਾ ਲਓ। ਮੰਮੀ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ ਕਿ ਮੰਮੀ ਨੇ ਦਹੀਂ ਭੱਲੇ ਖਾਣ ਨੂੰ ਮਨਾ ਕਰ ਦਿੱਤਾ ਸੀ। ਮੈਂ ਪਲੇਟ ਮੇਜ਼ ਉੱਤੇ ਰੱਖ ਦਿੱਤੀ ਅਤੇ ਮੰਮੀ ਨੂੰ ਪੁੱਛਿਆ ਕਿ ਤੁਹਾਨੂੰ ਕੀ ਹੋਇਆ ਹੈ? ਤੁਹਾਡੀ ਤਬੀਅਤ ਤਾਂ ਠੀਕ ਹੈ ਨਾ? ਮੰਮੀ ਨੇ ਮੇਰੇ ਹੱਥ ਤੇ ਹੱਥ ਰੱਖਦੇ ਹੋਏ ਕਿਹਾ, ਮੇਰੀ ਬੱਚੀ, ਤੈਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਬਸ ਸਿਰ ਵਿੱਚ ਥੋੜਾ ਦਰਦ ਹੈ। ਗੋਲੀ ਖਾ ਲਈ ਹੈ, ਥੋੜੀ ਦੇਰ ਵਿੱਚ ਆਰਾਮ ਹੋ ਜਾਵੇਗਾ। ਤੂੰ ਆਪਣੇ ਕਮਰੇ ਵਿੱਚ ਜਾ। ਮੈਂ ਮੰਮੀ ਨੂੰ ਕਿਹਾ ਕਿ ਮੈਂ ਤੇਰੀ ਫਿਕਰ ਕਿਵੇਂ ਨਾ ਕਰਾਂ। ਤੂੰ ਮੇਰੀ ਮਾਂ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਤੈਨੂੰ ਪਰੇਸ਼ਾਨ ਨਹੀਂ ਦੇਖ ਸਕਦੀ। ਇੱਕ ਤਾਂ ਤੂੰ ਆਪਣੀ ਕੋਈ ਵੀ ਪਰੇਸ਼ਾਨੀ ਮੈਨੂੰ ਦੱਸਦੀ ਨਹੀਂ, ਇਸ ਲਈ ਮੈਂ ਕੀ ਕਰਾਂ? ਮੇਰੀ ਮੰਮੀ ਮੁਸਕਰਾਈ ਅਤੇ ਕਹਿਣ ਲੱਗੀ, ਨੂਰ, ਜਦੋਂ ਮੈਨੂੰ ਕੋਈ ਪਰੇਸ਼ਾਨੀ ਹੈ ਹੀ ਨਹੀਂ ਤਾਂ ਮੈਂ ਤੈਨੂੰ ਕੀ ਦੱਸਾਂ? ਤੂੰ ਮੇਰੀ ਫਿਕਰ ਕਰਨਾ ਛੱਡ ਦੇ। ਤੇਰਾ ਵਿਆਹ ਹੋ ਚੁੱਕਿਆ ਹੈ ਅਤੇ ਤੈਨੂੰ ਬਹੁਤ ਚੰਗਾ ਪਤੀ ਵੀ ਮਿਲ ਗਿਆ ਹੈ, ਇਸ ਲਈ ਹੁਣ ਤੂੰ ਉਸ ਦੀ ਫਿਕਰ ਕਰਿਆ ਕਰ, ਉਸ ਦਾ ਖਿਆਲ ਰੱਖਿਆ ਕਰ। ਕੁਲਜੀਤ ਬਹੁਤ ਚੰਗਾ ਮੁੰਡਾ ਹੈ। ਮੈਂ ਨਹੀਂ ਚਾਹੁੰਦੀ ਕਿ ਉਹ ਤੇਰੀ ਕਿਸੇ ਗੱਲ ਤੇ ਨਾਰਾਜ਼ ਹੋ ਜਾਵੇ। ਮੈਂ ਸਮਝ ਗਈ ਸੀ ਮੰਮੀ ਮੈਨੂੰ ਟਾਲ ਰਹੀ ਹੈ। ਮੰਮੀ ਨੂੰ ਜੋ ਵੀ ਦਿੱਕਤ ਸੀ ਉਹ ਮੈਨੂੰ ਨਹੀਂ ਦੱਸਣਾ ਚਾਹੁੰਦੀ ਸੀ। ਮੈਨੂੰ ਪਤਾ ਸੀ ਕਿ ਮੈਂ ਮੰਮੀ ਨੂੰ ਜਿੰਨਾ ਮਰਜ਼ੀ ਮਜਬੂਰ ਕਰ ਲਵਾਂ, ਪਰ ਉਹ ਮੈਨੂੰ ਕੁਝ ਨਹੀਂ ਦੱਸੇਗੀ। ਇਸ ਲਈ ਮੈਂ ਦਹੀਂ ਭੱਲੇ ਵਾਲੀ ਪਲੇਟ ਚੁੱਕ ਕੇ ਆਪਣੇ ਕਮਰੇ ਵਿੱਚ ਆ ਗਈ। ਮੈਂ ਮੰਮੀ ਤੋਂ ਉਸਦੇ ਹਸਪਤਾਲ ਵਿੱਚ ਜਾਣ ਬਾਰੇ ਵੀ ਨਹੀਂ ਪੁੱਛਿਆ। ਮੈਂ ਸੋਚਿਆ ਕਿ ਕੱਲ ਨੂੰ ਹੀ ਮੰਮੀ ਨਾਲ ਗੱਲ ਕਰਾਂਗੀ, ਜਦੋਂ ਉਹਨਾਂ ਦੀ ਤਬੀਅਤ ਠੀਕ ਹੋ ਜਾਵੇਗੀ। ਕੁਲਜੀਤ ਟੀਵੀ ਦੇਖਣ ਵਿੱਚ ਮਸਤ ਸੀ। ਉਸਨੇ ਮੇਰੇ ਹੱਥ ਵਿੱਚ ਦਹੀਂ ਭੱਲੇ ਦੀ ਪਲੇਟ ਦੇਖੀ ਅਤੇ ਪੁੱਛਿਆ ਕਿ ਮੰਮੀ ਨੇ ਦਹੀਂ ਭੱਲੇ ਨਹੀਂ ਖਾਧੇ। ਮੈਂ ਉਸਨੂੰ ਦੱਸਿਆ ਕਿ ਮੰਮੀ ਦੀ ਤਬੀਅਤ ਖਰਾਬ ਹੈ, ਇਸ ਲਈ ਉਹਨਾਂ ਨੇ ਵਾਪਸ ਕਰ ਦਿੱਤੇ ਹਨ। ਮੈਂ ਉਹ ਦਹੀਂ ਭੱਲੇ ਖਾ ਲਏ। ਮੈਂ ਕੁਲਜੀਤ ਨੂੰ ਵੀ ਪੁੱਛਿਆ, ਪਰ ਉਸਨੇ ਮਨਾ ਕਰ ਦਿੱਤਾ ਸੀ। ਅਗਲੇ ਦਿਨ ਜਦੋਂ ਕੁਲਜੀਤ ਕੰਮ ਤੇ ਚਲਾ ਗਿਆ ਅਤੇ ਮੰਮੀ ਘਰ ਦਾ ਸੌਦਾ ਲੈਣ ਲਈ ਬਾਜ਼ਾਰ ਚਲੀ ਗਈ ਤਾਂ ਮੈਂ ਘਰ ਦੀ ਸਫਾਈ ਕਰਨ ਵਿੱਚ ਲੱਗ ਗਈ। ਮੈਂ ਆਪਣੇ ਕਮਰੇ ਦੇ ਨਾਲ ਮੰਮੀ ਦਾ ਕਮਰਾ ਵੀ ਸਾਫ਼ ਕਰਦੀ ਸੀ। ਮੈਂ ਮੰਮੀ ਨੂੰ ਕੋਈ ਵੀ ਕੰਮ ਨਹੀਂ ਕਰਨ ਦੇਣਾ ਚਾਹੁੰਦੀ ਸੀ। ਸਾਰੀ ਜ਼ਿੰਦਗੀ ਉਸਨੇ ਹੀ ਕੰਮ ਕਰਕੇ ਮੈਨੂੰ ਖਿਲਾਇਆ ਪਿਲਾਇਆ ਸੀ, ਪਰ ਮੰਮੀ ਕਹਿੰਦੀ ਸੀ ਕਿ ਹਲੇ ਮੇਰੀ ਉਮਰ ਹੀ ਕੀ ਹੈ, ਜੇਕਰ ਮੈਂ ਆਰਾਮ ਕਰਨ ਲੱਗ ਗਈ ਤਾਂ ਬਿਮਾਰ ਹੋ ਜਾਵਾਂਗੀ। ਇਸ ਲਈ ਮੇਰੀ ਮੰਮੀ ਘਰ ਦੇ ਕੰਮਾਂ ਤੋਂ ਇਲਾਵਾ ਬਾਹਰ ਦੇ ਕੰਮ ਵੀ ਕਰਦੇ ਸੀ। ਘਰ ਲਈ ਸੌਦਾ ਸਬਜ਼ੀ ਮੰਮੀ ਹੀ ਲਿਆਉਂਦੀ ਸੀ, ਪਰ ਜਦੋਂ ਕੁਲਜੀਤ ਘਰ ਹੁੰਦਾ ਤਾਂ ਉਹ ਹੀ ਇਹ ਸਾਰੇ ਕੰਮ ਕਰਦਾ ਸੀ। ਮੈਂ ਪਹਿਲਾਂ ਮੰਮੀ ਦੇ ਕਮਰੇ ਦੀ ਸਫਾਈ ਕਰਨ ਲੱਗੀ। ਮੇਰਾ ਸਹੁਰਾ ਆਪਣੇ ਹੀ ਕਮਰੇ ਵਿੱਚ ਰਹਿੰਦਾ ਸੀ, ਕਿਉਂਕਿ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਨਹੀਂ ਸੀ, ਇਸ ਲਈ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਦੇ ਸਨ। ਮੇਰੀ ਮੰਮੀ ਹੀ ਉਹਨਾਂ ਨੂੰ ਰੋਟੀ ਦੇ ਕੇ ਆਉਂਦੀ ਸੀ। ਹਰ ਰੋਜ਼ ਕੁਲਜੀਤ ਸ਼ਾਮ ਦੇ ਵੇਲੇ ਮੇਰੇ ਸਹੁਰੇ ਨੂੰ ਘੁਮਾਉਣ ਫਿਰਾਉਣ ਲਈ ਬਾਹਰ ਲੈ ਜਾਂਦਾ ਸੀ। ਇਸ ਨਾਲ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ। ਉਹ ਕੁਲਜੀਤ ਨੂੰ, ਮੈਨੂੰ ਅਤੇ ਮੇਰੀ ਮੰਮੀ ਨੂੰ ਬਹੁਤ ਦੁਆਵਾਂ ਦਿੰਦੇ ਸਨ। ਮੰਮੀ ਦੇ ਕਮਰੇ ਦੀ ਸਫਾਈ ਕਰਦੇ ਕਰਦੇ ਅਚਾਨਕ ਮੇਰੀ ਨਜ਼ਰ ਮੇਜ਼ ਦੇ ਦਰਾਜ਼ ਵਿੱਚੋਂ ਨਿਕਲੇ ਕਾਗਜ਼ ਤੇ ਪਈ। ਮੰਮੀ ਪੜ੍ਹੀ ਲਿਖੀ ਤਾਂ ਨਹੀਂ ਸੀ, ਫਿਰ ਇਹਨਾਂ ਕੋਲ ਇਹ ਕਾਗਜ਼ ਕੀ ਕਰ ਰਹੇ ਸਨ? ਮੈਂ ਝਾੜੂ ਫਰਸ਼ ਤੇ ਰੱਖਿਆ ਅਤੇ ਦਰਾਜ਼ ਵਿੱਚੋਂ ਉਹ ਕਾਗਜ਼ ਕੱਢ ਲਿਆ। ਉਹ ਉਸੇ ਗਰਭਵਤੀ ਹਸਪਤਾਲ ਦਾ ਲੈਟਰ ਪੈਡ ਸੀ, ਜਿੱਥੇ ਮੈਂ ਮੰਮੀ ਨੂੰ ਕੱਲ ਨਿਕਲਦੇ ਹੋਏ ਦੇਖਿਆ ਸੀ।
ਜਦੋਂ ਮੈਂ ਉਸ ਕਾਗਜ਼ ਨੂੰ ਪੜ੍ਹਿਆ ਤਾਂ ਮੇਰੇ ਤੋਤੇ ਉੱਡ ਗਏ। ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਮੇਰੇ ਮੂੰਹ ਵਿੱਚੋਂ ਅਚਾਨਕ ਹਾ ਨਿਕਲ ਗਿਆ ਸੀ। ਉਸ ਕਾਗਜ਼ ਦੇ ਮੁਤਾਬਕ ਮੇਰੀ ਮੰਮੀ 2 ਮਹੀਨੇ ਦੀ ਗਰਭਵਤੀ ਸੀ। ਇਹ ਕਿਵੇਂ ਹੋ ਸਕਦਾ ਸੀ? ਕਿਉਂਕਿ ਮੇਰੇ ਪਾਪਾ ਤਾਂ ਇਸ ਦੁਨੀਆ ਵਿੱਚ ਨਹੀਂ ਸਨ। ਘਰ ਵਿੱਚ ਮੇਰਾ ਬੁੱਢਾ ਸਹੁਰਾ ਅਤੇ ਮੇਰਾ ਪਤੀ ਹੀ ਰਹਿੰਦੇ ਸਨ। ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਤੇ ਮੇਰੇ ਸਹੁਰੇ ਜਾਂ ਮੇਰੇ ਪਤੀ ਦੇ ਮੇਰੀ ਮਾਂ ਨਾਲ ਗਲਤ ਸੰਬੰਧ ਤਾਂ ਨਹੀਂ ਸਨ। ਇਹ ਬਹੁਤ ਹੀ ਘਟੀਆ ਖਿਆਲ ਸੀ, ਪਰ ਮੈਂ ਸੋਚਣ ਲਈ ਮਜਬੂਰ ਹੋ ਗਈ ਸੀ। ਮੇਰੀ ਮੰਮੀ ਨੇ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਕਦੇ ਕਿਸੇ ਆਦਮੀ ਵੱਲ ਨਜ਼ਰ ਚੁੱਕ ਕੇ ਵੀ ਨਹੀਂ ਦੇਖਿਆ ਸੀ, ਤਾਂ ਹੁਣ ਉਹਨਾਂ ਨੇ ਅਜਿਹਾ ਕਿਉਂ ਕੀਤਾ ਸੀ? ਮੈਂ ਮੰਮੀ ਨੂੰ ਪੁੱਛਣਾ ਚਾਹੁੰਦੀ ਸੀ, ਪਰ ਮੇਰੇ ਵਿੱਚ ਹਿੰਮਤ ਨਹੀਂ ਸੀ। ਮੈਨੂੰ ਹੁਣ ਸਮਝ ਆ ਗਿਆ ਸੀ ਕਿ ਮੇਰੀ ਮਾਂ ਦਿਨ ਰਾਤ ਕਿਉਂ ਪਰੇਸ਼ਾਨ ਰਹਿੰਦੀ ਸੀ, ਕਿਉਂ ਉਹਨਾਂ ਦੀ ਤਬੀਅਤ ਖਰਾਬ ਰਹਿੰਦੀ ਸੀ। ਮੇਰੀ ਮੰਮੀ ਕੀ ਦੱਸਦੀ ਕਿ ਉਹਨਾਂ ਦੀ ਕੁੱਖ ਵਿੱਚ ਜੋ ਬੱਚਾ ਪਲ ਰਿਹਾ ਹੈ ਉਹ ਕਿਸ ਦਾ ਹੈ। ਮੈਂ ਇਸ ਗੱਲ ਤੇ ਹੈਰਾਨ ਸੀ ਕਿ ਮੇਰੀ ਮੰਮੀ ਜੋ ਚੰਗੇ ਚਰਿੱਤਰ ਦੀ ਮਾਲਕ ਹੈ, ਉਹ ਹੁਣ ਅਜਿਹੀ ਗਲਤੀ ਕਿਵੇਂ ਕਰ ਸਕਦੀ ਸੀ। ਆਖਿਰ ਮੰਮੀ ਦਾ ਕਿਸ ਆਦਮੀ ਨਾਲ ਸੰਬੰਧ ਹੈ? ਮੇਰੀ ਮੰਮੀ ਮੇਰੇ ਲਈ ਇੱਕ ਮਿਸਾਲ ਸੀ, ਪਰ ਉਹ ਰਿਪੋਰਟ ਦੇਖਣ ਤੋਂ ਬਾਅਦ ਮੇਰਾ ਦਿਲ ਮੰਮੀ ਪ੍ਰਤੀ ਬਦਲ ਗਿਆ ਸੀ। ਮੈਂ ਉਹ ਰਿਪੋਰਟ ਦਰਾਜ਼ ਵਿੱਚ ਰੱਖਣ ਦੀ ਬਜਾਏ ਆਪਣੇ ਕੋਲ ਹੀ ਰੱਖ ਲਈ ਸੀ ਅਤੇ ਮੰਮੀ ਦੇ ਕਮਰੇ ਦੀ ਸਫਾਈ ਕਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਮੇਰਾ ਮਨ ਬਹੁਤ ਖਰਾਬ ਹੋ ਰਿਹਾ ਸੀ, ਇਸ ਲਈ ਮੈਂ ਆਪਣੇ ਕਮਰੇ ਦੀ ਸਫਾਈ ਨਹੀਂ ਕੀਤੀ। ਮੈਂ ਸੋਚ ਲਿਆ ਸੀ ਕਿ ਹੁਣ ਮੌਕਾ ਮਿਲਦੇ ਹੀ ਮੰਮੀ ਨਾਲ ਗੱਲ ਕਰਾਂਗੀ। ਮੈਂ ਸਾਰੀ ਸੱਚਾਈ ਜਾਣਨਾ ਚਾਹੁੰਦੀ ਸੀ। ਗੁੱਸੇ ਨਾਲ ਮੇਰਾ ਸਿਰ ਫਟਿਆ ਜਾ ਰਿਹਾ ਸੀ। ਕੁਝ ਦੇਰ ਬਾਅਦ ਮੰਮੀ ਸਬਜ਼ੀ ਅਤੇ ਸੌਦਾ ਲੈ ਕੇ ਘਰ ਆ ਗਈ। ਮੈਨੂੰ ਦੁਖੀ ਦੇਖ ਕੇ ਉਹ ਰੁਕ ਗਈ ਅਤੇ ਪੁੱਛਣ ਲੱਗੀ, ਕੀ ਗੱਲ ਹੈ ਨੂਰ, ਤੇਰੇ ਚਿਹਰੇ ਤੋਂ ਲੱਗ ਰਿਹਾ ਹੈ ਕਿ ਤੂੰ ਬਹੁਤ ਦੁਖੀ ਹੈ। ਕੀ ਗੱਲ ਹੋਈ ਹੈ ਬੇਟੇ? ਜਵਾਬ ਵਿੱਚ ਮੈਂ ਰਿਪੋਰਟ ਮੰਮੀ ਦੇ ਸਾਹਮਣੇ ਕੀਤੀ ਤਾਂ ਉਹ ਹੈਰਾਨ ਰਹਿ ਗਈ। ਮੰਮੀ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਅਤੇ ਉਹ ਚੁੱਪ ਹੋ ਗਈ। ਮੰਮੀ ਦੀ ਚੁੱਪੀ ਮੈਨੂੰ ਚੁੱਭ ਰਹੀ ਸੀ। ਮੈਂ ਗੁੱਸੇ ਵਿੱਚ ਪੁੱਛਿਆ, ਮੰਮੀ ਇਹ ਕੀ ਹੈ? ਕਿਸ ਦੇ ਨਾਲ ਤੁਹਾਡੇ ਗਲਤ ਸੰਬੰਧ ਹਨ? ਤੇਰੀ ਕੁੱਖ ਵਿੱਚ ਪਲ ਰਹੇ ਇਸ ਬੱਚੇ ਦਾ ਬਾਪ ਕੌਣ ਹੈ? ਮੇਰੀ ਮੰਮੀ ਜਿਵੇਂ ਪੱਥਰ ਦੀ ਮੂਰਤੀ ਬਣ ਗਈ ਸੀ। ਉਸ ਦੀ ਜ਼ੁਬਾਨ ਨੂੰ ਤਾਲਾ ਲੱਗ ਗਿਆ ਸੀ। ਮੰਮੀ ਦੀ ਚੁੱਪੀ ਤੋਂ ਮੈਨੂੰ ਇਹੀ ਲੱਗ ਰਿਹਾ ਸੀ ਕਿ ਮੰਮੀ ਦੇ ਸੱਚਮੁੱਚ ਹੀ ਕਿਸੇ ਨਾਲ ਨਾਜਾਇਜ਼ ਸੰਬੰਧ ਹਨ। ਮੰਮੀ ਨੂੰ ਚੁੱਪ ਦੇਖ ਕੇ ਮੇਰਾ ਗੁੱਸਾ ਹੋਰ ਜ਼ਿਆਦਾ ਵੱਧ ਗਿਆ। ਮੈਂ ਮੰਮੀ ਨੂੰ ਬੋਲੀ ਜਾ ਰਹੀ ਸੀ, ਉਹ ਕੌਣ ਹੈ ਜਿਸ ਨੇ ਤੈਨੂੰ ਪ੍ਰੈਗਨੈਂਟ ਕਰ ਦਿੱਤਾ ਹੈ? ਤੂੰ ਤਾਂ ਅਜਿਹੀ ਬਿਲਕੁਲ ਵੀ ਨਹੀਂ ਸੀ। ਫਿਰ ਤੂੰ ਇਹ ਗਲਤ ਕਦਮ ਕਿਉਂ ਚੁੱਕਿਆ? ਮੇਰੀ ਮੰਮੀ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਅਤੇ ਰੋਂਦੇ ਹੋਏ ਕਹਿਣ ਲੱਗੀ, ਨੂਰ, ਰੱਬ ਦੇ ਵਾਸਤੇ ਚੁੱਪ ਹੋ ਜਾ। ਕੀ ਤੂੰ ਸਾਰੀ ਦੁਨੀਆ ਵਿੱਚ ਮੈਨੂੰ ਬਦਨਾਮ ਕਰਨਾ ਚਾਹੁੰਦੀ ਹੈ? ਮੈਂ ਕਿਹਾ, ਤਾਂ ਫਿਰ ਦੱਸੋ ਉਹ ਕੌਣ ਹੈ ਜਿਸ ਦਾ ਬੱਚਾ ਤੇਰੀ ਕੁੱਖ ਵਿੱਚ ਪਲ ਰਿਹਾ ਹੈ? ਮੰਮੀ ਨੇ ਨਹੀਂ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ, ਮੈਂ ਨਹੀਂ ਦੱਸ ਸਕਦੀ। ਰੱਬ ਕਰਕੇ ਮੇਰੇ ਤੋਂ ਨਾ ਪੁੱਛ। ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ। ਮੇਰਾ ਸ਼ੱਕ ਆਪਣੇ ਪਤੀ ਅਤੇ ਅੰਨੇ ਸਹੁਰੇ ਤੇ ਸੀ। ਆਦਮੀ ਕਦੋਂ ਬਦਲ ਜਾਵੇ, ਕਦੋਂ ਉਹ ਇਨਸਾਨ ਤੋਂ ਸ਼ੈਤਾਨ ਬਣ ਜਾਵੇ, ਕੁਝ ਪਤਾ ਨਹੀਂ ਚੱਲ ਸਕਦਾ। ਸਾਡੇ ਘਰ ਵਿੱਚ ਉਹਨਾਂ ਦੋਨਾਂ ਦੇ ਇਲਾਵਾ ਹੋਰ ਕੋਈ ਮਰਦ ਨਹੀਂ ਸੀ। ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਉਹਨਾਂ ਦੋਨਾਂ ਦੇ ਆਉਣ ਤੋਂ ਬਾਅਦ ਹੀ ਮੇਰੀ ਮੰਮੀ ਪ੍ਰੈਗਨੈਂਟ ਹੋਈ ਸੀ। ਗੱਲ ਇਹ ਨਹੀਂ ਸੀ ਕਿ ਲੋਕ ਕੀ ਕਹਿਣਗੇ ਕਿ ਇਸ ਉਮਰ ਵਿੱਚ ਮੇਰੀ ਮੰਮੀ ਇੱਕ ਬੱਚੇ ਨੂੰ ਜਨਮ ਦੇਵੇਗੀ। ਗੱਲ ਇਹ ਸੀ ਕਿ ਇਸ ਦਾ ਅਸਲ ਬਾਪ ਕੌਣ ਸੀ। ਮੈਂ ਆਪਣੀ ਮੰਮੀ ਦੀ ਜਿੱਦ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ, ਇਸ ਲਈ ਮੈਂ ਆਪਣੀ ਮੰਮੀ, ਸਹੁਰੇ ਅਤੇ ਪਤੀ ਦਾ DNA ਟੈਸਟ ਕਰਵਾਉਣ ਦਾ ਫੈਸਲਾ ਕੀਤਾ। ਮੇਰੀ ਇੱਕ ਸਹੇਲੀ ਡਾਕਟਰ ਸੀ ਅਤੇ ਹਸਪਤਾਲ ਵਿੱਚ ਨੌਕਰੀ ਕਰਦੀ ਸੀ। ਮੈਂ ਆਪਣੀ ਮੰਮੀ, ਆਪਣੇ ਸਹੁਰੇ ਅਤੇ ਆਪਣੇ ਪਤੀ ਦੇ ਸਿਰ ਦੇ ਵਾਲ ਲਏ ਅਤੇ ਆਪਣੀ ਸਹੇਲੀ ਨੂੰ ਦੇ ਦਿੱਤੇ। ਉਸਨੇ ਕਿਹਾ ਕਿ ਉਹ ਕੱਲ੍ਹ ਤੱਕ DNA ਟੈਸਟ ਕਰਕੇ ਰਿਪੋਰਟ ਦੇ ਦੇਵੇਗੀ। ਮੇਰੀ ਮੰਮੀ ਜ਼ਿਆਦਾਤਰ ਕਮਰੇ ਵਿੱਚ ਹੀ ਬੰਦ ਰਹਿੰਦੀ ਸੀ। ਮਾਂ ਦੇ ਪ੍ਰੈਗਨੈਂਟ ਹੋਣ ਬਾਰੇ ਮੇਰੇ ਪਤੀ ਅਤੇ ਸਹੁਰੇ ਨੂੰ ਨਹੀਂ ਪਤਾ ਸੀ। ਮੈਂ ਸੋਚ ਲਿਆ ਸੀ ਕਿ ਜੇਕਰ ਮੇਰੀ ਮੰਮੀ ਦੇ ਮੇਰੇ ਪਤੀ ਨਾਲ ਗਲਤ ਸੰਬੰਧ ਸਾਬਤ ਹੋ ਗਏ ਤਾਂ ਮੈਂ ਆਪਣੇ ਪਤੀ ਨੂੰ ਕਦੇ ਮਾਫ਼ ਨਹੀਂ ਕਰਾਂਗੀ, ਉਸ ਤੋਂ ਅਲੱਗ ਹੋ ਜਾਵਾਂਗੀ, ਬਲਕਿ ਉਸ ਨੂੰ ਮੁਹੱਲੇ ਵਿੱਚ ਬਦਨਾਮ ਕਰਕੇ ਇੱਥੋਂ ਕੱਢ ਦੇਵਾਂਗੀ। 2 ਦਿਨ ਬਾਅਦ ਮੇਰੀ ਸਹੇਲੀ ਦਾ ਫੋਨ ਆ ਗਿਆ ਕਿ ਆ ਕੇ ਰਿਪੋਰਟ ਲੈ ਜਾ। ਮੈਂ ਰਿਪੋਰਟ ਲੈਣ ਚਲੀ ਗਈ। ਰਿਪੋਰਟ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ DNA ਟੈਸਟ ਦੇ ਮੁਤਾਬਕ ਮੇਰੀ ਮਾਂ ਦੀ ਕੁੱਖ ਵਿੱਚ
ਪਲਣ ਵਾਲੇ ਬੱਚੇ ਦਾ ਬਾਪ ਨਾ ਤਾਂ ਮੇਰਾ ਪਤੀ ਸੀ ਅਤੇ ਨਾ ਹੀ ਮੇਰਾ ਸਹੁਰਾ। ਉਸ ਬੱਚੇ ਦਾ ਬਾਪ ਕੋਈ ਹੋਰ ਸੀ। ਇਸ ਦਾ ਮਤਲਬ ਸੀ ਕਿ ਮੇਰੀ ਮਾਂ ਦੇ ਕਿਸੇ ਗੈਰ ਮਰਦ ਨਾਲ ਨਾਜਾਇਜ਼ ਸੰਬੰਧ ਸਨ। ਮੈਂ ਗੁੱਸੇ ਨਾਲ ਪਾਗਲ ਹੋ ਗਈ ਅਤੇ ਆਪੇ ਤੋਂ ਬਾਹਰ ਹੋ ਗਈ। ਮੈਂ ਉਸੇ ਹਾਲਤ ਵਿੱਚ ਘਰ ਪਹੁੰਚੀ ਅਤੇ ਸਿੱਧਾ ਮੰਮੀ ਦੇ ਕਮਰੇ ਵਿੱਚ ਗਈ। ਮੇਰੀ ਮੰਮੀ ਬੈੱਡ ਤੇ ਲੇਟੀ ਹੋਈ ਸੀ। ਮੈਨੂੰ ਗੁੱਸੇ ਵਿੱਚ ਦੇਖ ਕੇ ਉਹ ਉੱਠ ਕੇ ਬੈਠੀ ਹੋ ਗਈ। ਮੈਂ ਰਿਪੋਰਟ ਮੰਮੀ ਵੱਲ ਸੁੱਟਦੇ ਹੋਏ ਕਿਹਾ ਕਿ ਮੰਮੀ, ਮੈਂ ਤੇਰਾ DNA ਟੈਸਟ ਕਰਵਾਇਆ ਹੈ। ਮੈਨੂੰ ਸ਼ੱਕ ਸੀ ਕਿ ਤੇਰੇ ਮੇਰੇ ਸਹੁਰੇ ਜਾਂ ਮੇਰੇ ਪਤੀ ਨਾਲ ਗਲਤ ਸੰਬੰਧ ਹਨ ਅਤੇ ਸ਼ਾਇਦ ਉਹਨਾਂ ਵਿੱਚੋਂ ਹੀ ਕੋਈ ਤੇਰੀ ਕੁੱਖ ਵਿੱਚ ਪਲ ਰਹੇ ਬੱਚੇ ਦਾ ਬਾਪ ਹੈ। ਪਰ ਰਿਪੋਰਟ ਦੇ ਮੁਤਾਬਿਕ ਉਹਨਾਂ ਦੋਨਾਂ ਵਿੱਚੋਂ ਕੋਈ ਵੀ ਇਸ ਬੱਚੇ ਦਾ ਬਾਪ ਨਹੀਂ ਹੈ। ਹੁਣ ਤੂੰ ਦੱਸ ਕਿ ਇਸ ਬੱਚੇ ਦਾ ਬਾਪ ਕੌਣ ਹੈ। ਜੇਕਰ ਤੂੰ ਮੈਨੂੰ ਨਾ ਦੱਸਿਆ ਤਾਂ ਮੈਂ ਕੁਝ ਕਰ ਜਾਵਾਂਗੀ। ਮੇਰੀ ਮੰਮੀ ਨੇ ਰਿਪੋਰਟ ਇੱਕ ਪਾਸੇ ਰੱਖੀ ਅਤੇ ਉੱਠ ਕੇ ਮੇਰੇ ਮੂੰਹ ਤੇ ਥੱਪੜ ਮਾਰਿਆ। ਮੈਨੂੰ ਮੰਮੀ ਦਾ ਥੱਪੜ ਮਾਰਨਾ ਅਜੀਬ ਲੱਗਿਆ ਕਿਉਂਕਿ ਉਸਨੇ ਜ਼ਿੰਦਗੀ ਵਿੱਚ ਕਦੇ ਵੀ ਮੇਰੇ ਉੱਪਰ ਹੱਥ ਨਹੀਂ ਚੁੱਕਿਆ ਸੀ। ਮੇਰੀ ਵੱਡੀ ਤੋਂ ਵੱਡੀ ਗਲਤੀ ਨੂੰ ਨਜ਼ਰਅੰਦਾਜ਼ ਕਰਦੀ ਸੀ। ਮੈਨੂੰ ਸਮਝਾਉਂਦੀ ਸੀ ਕਿ ਗਲਤ ਕੀ ਹੈ ਅਤੇ ਸਹੀ ਕੀ ਹੈ। ਮੰਮੀ ਨੇ ਕਿਹਾ ਕਿ ਨੂਰ, ਤੇਰੀ ਹਿੰਮਤ ਕਿਵੇਂ ਹੋਈ ਕਿ ਤੂੰ ਮੇਰਾ, ਆਪਣੇ ਸਹੁਰੇ ਅਤੇ ਪਤੀ ਦਾ DNA ਟੈਸਟ ਕਰਵਾਏ। ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਤੂੰ ਮੇਰੀ ਆਪਣੀ ਬੇਟੀ ਹੋ ਕੇ ਮੇਰੇ ਤੇ ਇਲਜ਼ਾਮ ਲਗਾ ਰਹੀ ਹੈ। ਮੇਰੀ ਕੁੱਖ ਵਿੱਚ ਪਲ ਰਿਹਾ ਬੱਚਾ ਨਾਜਾਇਜ਼ ਨਹੀਂ ਬਲਕਿ ਜਾਇਜ਼ ਹੈ। ਮੈਨੂੰ ਮੰਮੀ ਦੀ ਗੱਲ ਸਮਝ ਨਹੀਂ ਆਈ ਸੀ ਕਿਉਂਕਿ ਮੇਰੇ ਪਾਪਾ ਨੂੰ ਇਸ ਦੁਨੀਆ ਤੋਂ ਗਏ 13 ਸਾਲ ਹੋ ਗਏ ਸਨ। ਮੰਮੀ ਕਹਿ ਰਹੀ ਸੀ ਕਿ ਬੱਚਾ ਜਾਇਜ਼ ਹੈ ਤਾਂ ਕਿ ਮੰਮੀ ਨੇ ਬਿਨਾਂ ਦੱਸੇ ਵਿਆਹ ਕਰ ਲਿਆ ਸੀ। ਸ਼ਾਇਦ ਮੰਮੀ ਸਮਝ ਗਈ ਸੀ ਕਿ ਮੈਂ ਕੀ ਸੋਚ ਰਹੀ ਹਾਂ। ਉਸੇ ਵੇਲੇ ਮੰਮੀ ਨੇ ਕਿਹਾ, ਮੈਂ ਕਿਸੇ ਨਾਲ ਕੋਈ ਵਿਆਹ ਨਹੀਂ ਕੀਤਾ ਬਲਕਿ ਤੇਰਾ ਸਗਾ ਬਾਪ ਜਿਉਂਦਾ ਹੈ ਅਤੇ ਇਹ ਉਸੇ ਦਾ ਬੱਚਾ ਹੈ। ਇਹ ਸੁਣ ਕੇ ਮੈਨੂੰ ਝਟਕਾ ਲੱਗਿਆ। ਮੰਮੀ ਨੇ ਤਾਂ ਮੈਨੂੰ ਇਹ ਦੱਸਿਆ ਸੀ ਕਿ ਮੇਰੇ ਪਾਪਾ ਇੱਕ ਸੜਕ ਹਾਦਸੇ ਵਿੱਚ ਮਰ ਗਏ ਸਨ। ਫਿਰ ਉਹ ਜਿਉਂਦੇ ਕਿਵੇਂ ਹੋ ਸਕਦੇ ਸਨ। ਮੰਮੀ ਨੇ ਕਿਹਾ ਕਿ ਅੱਜ ਮੈਂ ਤੈਨੂੰ ਸੱਚ ਦੱਸ ਹੀ ਦਿੰਦੀ ਹਾਂ। ਆਖਰ ਕਦੋਂ ਤੱਕ ਲੁਕੋ ਕੇ ਰੱਖਾਂਗੀ। ਜੇਕਰ ਮੈਂ ਪ੍ਰੈਗਨੈਂਟ ਨਾ ਹੁੰਦੀ ਤਾਂ ਸ਼ਾਇਦ ਕਦੇ ਵੀ ਨਾ ਦੱਸਦੀ। ਤੂੰ ਉਸ ਵੇਲੇ ਸਿਰਫ 6 ਸਾਲ ਦੀ ਸੀ ਜਦੋਂ ਤੇਰੇ ਪਾਪਾ ਇੱਕ ਬੈਂਕ ਵਿੱਚ ਗਾਰਡ ਸਨ। ਇੱਕ ਦਿਨ ਉਹ ਡਿਊਟੀ ਕਰ ਰਹੇ ਸਨ ਕਿ ਬੈਂਕ ਵਿੱਚ ਕੁਝ ਡਾਕੂ ਆ ਗਏ। ਉਹ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਬੈਂਕ ਮੈਨੇਜਰ ਨੂੰ ਸ਼ੱਕ ਸੀ ਕਿ ਤੇਰੇ ਪਾਪਾ ਦੀ ਉਹਨਾਂ ਡਕੈਤਾਂ ਨਾਲ ਦੋਸਤੀ ਸੀ। ਇਸ ਲਈ ਉਸ ਮੈਨੇਜਰ ਨੇ ਤੇਰੇ ਪਾਪਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾ ਦਿੱਤੀ। 2 ਮਹੀਨੇ ਪਹਿਲਾਂ ਹੀ ਤੇਰੇ ਪਾਪਾ ਜੇਲ੍ਹ ਤੋਂ ਛੁੱਟ ਕੇ ਆਏ ਸਨ। ਤੇਰੇ ਪਾਪਾ ਦੀ ਇੱਜ਼ਤ ਬਚਾਉਣ ਦੀ ਖਾਤਰ ਮੈਂ ਇਹ ਝੂਠ ਬੋਲਿਆ ਸੀ ਕਿ ਉਹ ਮਰ ਗਏ ਸਨ। ਸਾਡੇ ਰਿਸ਼ਤੇਦਾਰ ਵੀ ਇਹ ਸਮਝਦੇ ਸਨ ਕਿ ਤੇਰਾ ਬਾਪ ਉਹਨਾਂ ਡਕੈਤਾਂ ਨਾਲ ਮਿਲਿਆ ਹੋਇਆ ਸੀ। ਮੈਂ ਤੇਰੇ ਪਾਪਾ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਕਦੋਂ ਪ੍ਰੈਗਨੈਂਟ ਹੋ ਗਈ ਮੈਨੂੰ ਪਤਾ ਹੀ ਨਹੀਂ ਚੱਲਿਆ ਸੀ। ਜਦੋਂ ਤੇਰੇ ਪਾਪਾ ਨੂੰ ਦੱਸਿਆ ਤਾਂ ਉਹ ਬਹੁਤ ਖੁਸ਼ ਹੋ ਗਏ ਸਨ। ਅਸੀਂ ਫੈਸਲਾ ਕੀਤਾ ਕਿ ਅਸੀਂ ਇਹ ਮੁਹੱਲਾ ਛੱਡ ਕੇ ਕਿਤੇ ਹੋਰ ਸ਼ਿਫਟ ਹੋ ਜਾਵਾਂਗੇ ਤਾਂ ਜੋ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਨਾ ਮਿਲ ਸਕੇ। ਅਤੇ ਤੂੰ ਜੋ ਮੈਨੂੰ ਪੁੱਛਦੀ ਸੀ ਨਾ ਕਿ ਮੇਰੇ ਕੋਲ ਹਰ ਮਹੀਨੇ ਖਰਚੇ ਦੀ ਰਕਮ ਕਿੱਥੋਂ ਆਉਂਦੀ ਹੈ, ਉਹ ਤੇਰੇ ਪਾਪਾ ਮੈਨੂੰ ਦਿੰਦੇ ਸਨ। ਉਹ ਇੱਕ ਫੈਕਟਰੀ ਵਿੱਚ ਨੌਕਰੀ ਕਰਦੇ ਸਨ ਅਤੇ ਮੈਨੂੰ ਹਰ ਮਹੀਨੇ ਪੈਸੇ ਦਿੰਦੇ ਸਨ। ਮੰਮੀ ਦੀ ਗੱਲ ਸੁਣ ਕੇ ਮੇਰੇ ਮੂੰਹ ਵਿੱਚੋਂ ਠੰਡਾ ਸਾਹ ਨਿਕਲਿਆ। ਮੈਂ ਦਿਲ ਹੀ ਦਿਲ ਵਿੱਚ ਸ਼ਰਮਿੰਦਾ ਸੀ ਕਿ ਮੈਂ ਆਪਣੀ ਮਾਂ ਤੇ ਇਲਜ਼ਾਮ ਲਗਾਇਆ ਸੀ। ਮੈਂ ਜਜ਼ਬਾਤੀ ਹੋ ਗਈ ਸੀ ਪਰ ਮੈਂ ਸਮਝਦੀ ਸੀ ਕਿ ਇਸ ਵਿੱਚ ਮੇਰੀ ਮਾਂ ਦਾ ਕੀ ਕਸੂਰ ਸੀ। ਜੇਕਰ ਮੇਰੇ ਪੁੱਛਣ ਤੇ ਮੰਮੀ ਪਹਿਲਾਂ ਹੀ ਦੱਸ ਦਿੰਦੀ ਤਾਂ ਗੱਲ ਇੰਨੀ ਅੱਗੇ ਨਾ ਵੱਧਦੀ ਅਤੇ ਨਾ ਹੀ ਮੈਂ ਗੁੱਸਾ ਹੁੰਦੀ। ਮੈਨੂੰ ਪਤਾ ਸੀ ਕਿ ਮੈਂ ਜਜ਼ਬਾਤ ਵਿੱਚ ਆ ਕੇ ਮੰਮੀ ਨੂੰ ਬਹੁਤ ਕੁਝ ਕਹਿ ਦਿੱਤਾ ਸੀ। ਇਸ ਲਈ ਮੈਂ ਜਦੋਂ ਮੰਮੀ ਤੋਂ ਮਾफ़ੀ ਮੰਗੀ ਤਾਂ ਉਹਨਾਂ ਨੇ ਮੈਨੂੰ ਖੁਸ਼ੀ-ਖੁਸ਼ੀ ਮਾफ़ ਕਰ ਦਿੱਤਾ। ਉਸ ਨੂੰ ਨਾਰਾਜ਼ ਕਰਕੇ ਮੈਂ ਕਿਵੇਂ ਖੁਸ਼ ਰਹਿ ਸਕਦੀ ਸੀ। ਮੈਂ ਕੁਲਜੀਤ ਨੂੰ ਵੀ ਸਭ ਕੁਝ ਦੱਸ ਦਿੱਤਾ ਸੀ। ਉਹ ਵੀ ਮੇਰੇ ਪਾਪਾ ਦੇ ਮਿਲਣ ਤੇ ਬਹੁਤ ਖੁਸ਼ ਸੀ। ਕੁਝ ਮਹੀਨਿਆਂ ਬਾਅਦ ਅਸੀਂ ਉਹ ਮੁਹੱਲਾ ਛੱਡ ਦਿੱਤਾ ਅਤੇ ਨਵੇਂ ਇਲਾਕੇ ਵਿੱਚ ਘਰ ਖਰੀਦ ਕੇ ਸ਼ਿਫਟ ਹੋ ਗਏ। ਮੇਰੇ ਪਾਪਾ ਵੀ ਘਰ ਆ ਗਏ ਸਨ। ਮੈਂ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਹੋਈ ਸੀ। ਹੁਣ ਅਸੀਂ ਸਾਰੇ ਇੱਕ ਹੀ ਘਰ ਵਿੱਚ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਹਾਂ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ
ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।